प्यारे विद्यार्थियों सत श्री अकाल। मैं मनोज कुमार मैथ मास्टर सरकारी हाई स्कूल कुआड़ा अज तुहाडे सामने सन्मुख हाँ। अज असीं 10वीं क्लास के अभ्यास 13.1 सतह का क्षेत्रफल ਅਤੇ आयतन के नाल संबंधित सवालों की दोहराई करांगे। इस लड़ी के तहत असीं अज पहला सवाल लेंदे हां जिस दे विच है दो घन जिन्हां दे विचों हरेक दा आयतन 64 सेंटीमीटर क्यूब है जे समान फलकां नूं मिला के एक ठोस बनाया गया है। इस नाल प्राप्त घनाभ की सतह का क्षेत्रफल पता करो। ਤਾਂ ਅਸੀਂ ਇਸ ਸਟੇਟਮੈਂਟ ਤੋਂ ਹੀ ਦੇਖਦੇ ਹਾਂ। ਇਹਦੇ ਵਿੱਚ ਲਿਖਿਆ ਆ ਦੋ ਘਣ ਜਿਨ੍ਹਾਂ ਦੇ ਵਿੱਚੋਂ ਹਰੇਕ ਦਾ ਆਇਤਨ 64 ਸੈਂਟੀਮੀਟਰ ਕਿਊਬ ਹੈ। ਇਸ ਤੋਂ ਅਸੀਂ ਵੀ ਕਰਦੇ ਹਾਂ ਹਲ। ਇਹਦੇ ਵਿੱਚ ਹੈ ਆਪਣੇ ਕੋਲ ਦੋ ਘਣ ਆ ਜਿਨ੍ਹਾਂ ਦੇ ਵਿੱਚੋਂ ਹਰੇਕ ਦਾ ਆਇਤਨ ਕਿੰਨਾ ਆ 64 ਸੈਂਟੀਮੀਟਰ ਕਿਊਬ। ਹਰੇਕ ਘਣ ਦਾ ਆਇਤਨ ਦਿੱਤਾ ਹੈ ਸਾਨੂੰ 64 सेंटीमीटर क्यूब। इसलिए घन की भुजा कितनी होगी अपने कोल आप लिख सकते हैं 64 का घनमूल नाल सेंटीमीटर। इहनूं असीं 64 नूं लिख लैंदे हैं 4 गुणा 4 गुणा 4 इहदा सारे दा घनमूल 4 चौके 16 16 चौका 64। ਹੁਣ ਇਹ ਆਪਣੇ ਕੋਲ 3 ਦਾ ਪੇਅਰ ਬਣਦਾ ਹੈ ਤਾਂ ਆਪਣੇ ਕੋਲ 4 ਆ ਗਿਆ 4 ਸੈਂਟੀਮੀਟਰ। ਇਸ ਤਰ੍ਹਾਂ ਸਾਡੇ ਕੋਲ ਘਣ ਦੀ ਭੁਜਾ ਕਿੰਨੀ ਆ ਗਈ 4 ਸੈਂਟੀਮੀਟਰ। ਹੁਣ ਅਸੀਂ ਦੇਖਦੇ ਹੈਗੇ ਆ ਵੀ ਇਹਦੇ ਜਿਹੜੇ ਸਮਾਨ ਫਲਕਾਂ ਨੂੰ ਬਣਾ ਕੇ ਇੱਕ ਠੋਸ ਬਣਾਇਆ ਗਿਆ ਹੈ। ਇਹਨਾਂ ਦਾ ਮਤਲਬ ਹੈ ਦੋ ਘਣਾਂ ਨੂੰ ਜੋੜ ਕੇ ਇੱਕ ਘਨਾਭ ਬਣਾਇਆ ਗਿਆ ਹੈ। ਇਸ ਤਰ੍ਹਾਂ ਆਪਾਂ ਦੇਖਦੇ ਆ ਆਪਣੇ ਕੋਲ ਇੱਕ ਜਿਹੜਾ ਘਣ ਸੀਗਾ अपने को एक घण आ ਇਹਦੇ ਨਾਲ ਹੀ ਜਿਹੜਾ ਹੈਗਾ ਇਹਦੀ ਭੁਜਾ ਕਿੰਨੀ ਸੀਗੀ ਆਪਣੇ ਕੋਲ 4 ਸੈਂਟੀਮੀਟਰ ਆ 4 ਆ ਠੀਕ ਹੈ ਤੇ 4 ਹੀ ਆਪਣੇ ਕੋਲ ਉੱਪਰ ਨੂੰ ਹੈਗੀ ਆ ਤੇ 4 ਹੀ ਆ ਸਾਈਡ ਨੂੰ ਹੈਗੀ ਠੀਕ ਹੈ। ਹੁਣ ਇਹਦੇ ਨਾਲ ਅਸੀਂ ਇੱਕ ਜਿਹੜਾ ਘਣ ਆ ਹੋਰ ਜੋੜ ਦਿੱਤਾ ਇਸ ਹਿਸਾਬ ਦੇ ਨਾਲ इस हिसाब से ਅਸੀਂ ਇਹਨੂੰ ਘਣ ਜਿਹੜਾ ਜੋੜ ਦਿੱਤਾ ਹੈਗਾ ਆ ਤੇ ਆਪਣੇ ਕੋਲ ਆ ਜਿਹੜੀ ਹੈਗੀ ਆ 4 ਸੀਗੀ ਇੱਥੋਂ ਲੈ ਕੇ ਇੱਥੇ ਤੱਕ ਤੇ ਇੱਥੋਂ ਲੈ ਕੇ ਇੱਥੇ ਤੱਕ ਜਿਹੜਾ ਹੈਗਾ ਇਹ ਵੀ 4 ਹੋ ਗਈ ਤਾਂ ਆਹ ਵਾਲੀ ਜਿਹੜੀ ਹੈਗੀ ਆਪਣੇ ਕੋਲ ਕਿੰਨੀ ਹੈਗੀ ਆ ਇਹ ਵੀ 4 ਠੀਕ ਹੈ। ਹੁਣ ਅਸੀਂ ਦੇਖਦੇ ਹੈਗੇ ਆ ਇਸ ਤਰ੍ਹਾਂ ਦੋ ਘਣਾਵਾਂ ਨੂੰ ਦੋ ਘਣਾਂ ਨੂੰ ਕਹਿ ਸਕਦੇ ਹੈਗੇ ਆ ਘਣਾਂ ਨੂੰ ਜੋੜ ਕੇ एक ठोस बनाया गया है। एक ठोस का घनाभ बनाया गया है इस तरह घनाभ का प्रसार डायमेंशनल एल बराबर लंबाई एल बराबर ਅਸੀਂ ਦੇਖਦੇ ਹਾਂ 4 ਸੀ ਆਪਣੇ ਕੋਲ ਇਹਦੇ ਨਾਲ ਇੱਕ ਜਿਹੜਾ ਘਣ ਹੋਰ ਜੋੜਿਆ ਹੈਗਾ 4 ਤੇ 4 ਕਿੰਨਾ ਹੋ ਗਿਆ 8 बराबर 8 सेंटीमीटर ठीक है। चौड़ाई b ਜਿਹੜੀ ਹੈਗੀ ਆਪਣੇ ਕੋਲ ਚੌੜਾਈ ਆ ਹੈ ਆਪਣੇ ਕੋਲ ਇਹ ਕਿੰਨੀ ਹੈਗੀ ਆ 4 सेंटीमीटर। उस तो बाद ऊंचाई h वो कितनी है h अपने कोल ऊपर नु 4 सेंटीमीटर। ਹੁਣ ਅਸੀਂ ਜਿਹੜਾ ਪਤਾ ਕਰਨਾ ਹੈਗਾ ਜਾਂ ਇਸ ਨਾਲ ਪ੍ਰਾਪਤ ਘਨਾਭ ਦੀ ਸਤਹ ਦਾ ਖੇਤਰਫਲ। ਇਸ ਤਰ੍ਹਾਂ ਘਨਾਭ ਦੀ ਸਤਹ ਦਾ ਖੇਤਰਫਲ ਅਸੀਂ ਜਾਣਦੇ ਹਾਂ ਫਾਰਮੂਲਾ ਘਨਾਭ ਦੀ ਸਤਹ ਦਾ ਖੇਤਰਫਲ ਦਾ ਕੀ ਹੁੰਦਾ ਬਈ 2 गुणा लंबाई गुणा चौड़ाई गुणा ऊंचाई ते ऊंचाई गुणा लंबाई। ये ਅਸੀਂ ਜਿਹੜੇ ਕਿ ਸਾਰੇ ਜਾਣੇ ਜਾਣਦੇ ਆ ਤੇ ਜਿਹੜਾ ਫਾਰਮੂਲਾ ਤੁਸੀਂ ਚੰਗੀ ਤਰ੍ਹਾਂ ਯਾਦ ਰੱਖਣਾ ਇਹ ਤੁਹਾਡੇ ਕੋਲ 2 ਗੁਣਾ L1 ਆਪਣੇ ਕੋਲ ਕਿੰਨਾ ਹੈ ਇਹਦੇ ਵਿੱਚ 8 गुणा b कितना है 4 जमा b कितना है 4 गुणा h कितना है
4 जमा h कितना है 4 गुणा l कितना है 8 नाल ਅਸੀਂ ਲੈ ਲੈਂਦੇ सेंटीमीटर। ये अपने को आ जाता है हुण 2 गुणा 8 चौके 32 जमा 4 चौके 16 जमा 8 चौके 32 सेंटीमीटर स्क्वायर। अपने को सेंटीमीटर स्क्वायर ठीक है ਜਾਂ ਆਪਾਂ ਕਹਿੰਦੇ वर्ग सेंटीमीटर 2 गुणा ਹੁਣ ਅਸੀਂ ਇਹਨਾਂ ਜਿਹੜੇ ਜੋੜ ਕਰਦੇ ਹੈਗੇ ਆ 2 ਤੇ 2 4 4 ਤੇ 6 ਹੋ ਗਏ ਤੁਹਾਡੇ ਕੋਲ 10 ਇੱਕ ਅਸਲ ਆ ਗਿਆ। फिर उस तो बाद 3 6 1 7 ਤੇ 1 8 सेंटीमीटर स्क्वायर। ਹੁਣ ਆ ਗਿਆ ਤੁਹਾਡੇ ਕੋਲ 2 ਗੁਣਾ 80 ਬਰਾबर 160 सेंटीमीटर स्क्वायर। इस ढंग ਦੇ ਨਾਲ ਅਸੀਂ ਜਿਹੜਾ ਹੈਗਾ ਆ ਦੋ ਘਨਾਬਾਂ ਨੂੰ ਜੋੜ ਕੇ ਇੱਕ ਘਨਾਬ ਬਣਾਇਆ ਹੈ ਤਾਂ ਫਿਰ ਅਸੀਂ ਜਿਹੜਾ ਘਨਾਬ ਦੀ ਸਤਹ ਦਾ ਖੇਤਰਫਲ ਪਤਾ ਕੀਤਾ ਜਿਹਦਾ ਸਾਡੇ ਕੋਲ ਆਨਸਰ ਆਇਆ 160 सेंटीमीटर स्क्वायर। ਆਓ ਵਿਦਿਆਰਥੀਓ ਹੁਣ ਆਪਾਂ ਅਗਲਾ ਜਿਹੜਾ ਸਵਾਲ ਕਰਦੇ ਹਾਂ। ਹੁਣ ਇਹਦੇ ਵਿੱਚ ਕੀ ਹੈ ਆਪਣੇ ਕੋਲ ਕੋਈ ਬਰਤਨ ਇੱਕ ਖੋਖਲੇ ਅਰਧ ਗੋਲੇ ਦੇ ਆਕਾਰ ਦਾ ਹੈ ਜਿਸ ਦੇ ਉੱਪਰ ਇੱਕ ਖੋਖਲਾ ਵੇਲਣ ਬਣਿਆ ਹੋਇਆ ਹੈ ਤੇ ਅਰਧ ਗੋਲੇ ਦਾ ਜਿਹੜਾ ਵਿਆਸ 14 सेंटीमीटर है ਅਤੇ ਇਸ ਬਰਤਨ ਦੀ ਕੁੱਲ ਉਚਾਈ 13 सेंटीमीटर है। ਇਸ ਬਰਤਨ ਦੀ ਅੰਦਰੂਨੀ ਸਤਹ ਦਾ ਖੇਤਰਫਲ ਪਤਾ ਕਰੋ। ਆਪਣੇ ਕੋਲ ਕੀ ਹੈ ਵੀ ਕੋਈ ਬਰਤਨ ਇੱਕ ਖੋਖਲੇ ਅਰਧ ਗੋਲੇ ਦੇ ਆਕਾਰ ਦਾ ਹੈ। ਆਪਣੇ ਕੋਲ ਇੱਕ ਅਰਧ ਗੋਲਾ ਹੈ अर्ध गोला है इस ढंग दे नाल ये अपने को अर्ध गोला है ठीक है जी। हुण इस दे ऊपर की बनया हैगा या एक बेलन बनया होया खोखला इस दे ऊपर एक बेलन जेड़ा बनया होया है इस ढंग दे नाल ठीक है जी। इस ढंग दे नाल अपने को एक बेलन बनया होया जिसनूं आपां सिलेंडर भी कहंदे हैं। इस ढंग दे नाल अपने कोल बेलन बनया ठीक है। हुण कंडीशन दे अनुसार की है अर्ध गोले दा व्यास कितना है 14 सेंटीमीटर। हुण अर्ध गोले दा व्यास हैगा आ है अपने कोल अर्ध गोला है इहदा व्यास कितना दिता है 14 सेंटीमीटर ते अर्ध व्यास कितना हो गया फिर अपने कोल 7 सेंटीमीटर। इथों लेके तक अपने कोल हो गया ये 7 सेंटीमीटर ठीक है। अब अगर लिखते हैं इत्थे हल दे विच ठीक है। एक बर्तन अर्ध गोले आकार दा है जिस ऊपर एक बेलन बनया हुआ है खोखला बेलन बनया हुआ है। इस तरह से पहले गल कर चुके हैं बेलन बनया होया। हुण अपने कोल की है इहदे विच भी अर्ध गोले दा व्यास दिता होया साडे कोल अर्ध गोले दा व्यास कितना दिता भाई 14 सेंटीमीटर दिता है। इसलिए अर्ध व्यास ਅਸੀਂ जानते हैं कि व्यास का वो की हुंदा है अद्धा हुंदा है r बराबर 14/2 सेंटीमीटर बराबर 7 सेंटीमीटर ठीक है। तो उस तो बाद की है अपने कोल अते इस बर्तन की कुल ऊंचाई कितनी दी है 13 सेंटीमीटर। कुल ऊंचाई 13 सेंटीमीटर बर्तन की कुल ऊंचाई कितनी दी है 13 सेंटीमीटर। सानू चाहिए की है सानू चाहिए है हुण बेलनाकार भाग की ऊंचाई इसलिए बेलनाकार भाग की ऊंचाई कितना से देखांगे इहदे विचों हुण अपने कोल इत्थों लैके इस तक की हैगी आ बर्तन की कुल ऊंचाई आ वो साडे को दित्ती है 13 सेंटीमीटर। कुल ऊंचाई कितनी दित्ती है 13 सेंटीमीटर। हुण सानू चाहिए की हैगी है सानू चाहिए हैगी है बेलन की ऊंचाई बेलनाकार भाग की ऊंचाई इतनी ऊंचाई चाहिए है ठीक है। हुण अपने कोल अर्ध व्यास कितना है
अर्ध गोले का 7 सेंटीमीटर, जिन्ना इधर नूं है उन्ना ही ये गोला नीचे नूं होएगा। इथों लैके इस ले आ अपने को कितना आ गया 7 सेंटीमीटर आ गया इधर, ठीक है। ਤੇ ਅਸੀਂ ਹੁਣ ਬਿਲਣਾਕਾਰ ਭਾਗ ਦੀ ਉਚਾਈ ਪਤਾ ਕਰਨ ਦੇ ਲਈ ਕੁੱਲ ਉਚਾਈ ਦੇ ਵਿੱਚੋਂ ਅਸੀਂ ਜਿਹੜੇ ਜੋ ਆਪਣੇ ਕੋਡ ਹੈਗੇ ਆ ਇਹਦੇ ਵਿੱਚ ਅਰਧ ਗੋਲੇ ਦੀ ਉਚਾਈ ਸੀ ਉਹ ਅਸੀਂ ਮਾਈਨਸ ਕਰਾਂਗੇ। 13 सेंटीमीटर माइनस दे 7 सेंटीमीटर, 13 ਵਿੱਚੋਂ 6 ਘਟਾਏ 13 ਵਿੱਚੋਂ 7 ਘਟਾਏ 6 सेंटीमीटर आ गया। ਬਿਲਣਾਕਾਰ ਭਾਗ ਦੀ ਉਚਾਈ ਕਿੰਨੀ ਆ ਗਈ 6 सेंटीमीटर आ गई। ਤਾਂ ਹੁਣ ਆਪਣੇ ਕੋਲ ਬਿਲਣਾਕਾਰ ਭਾਗ ਦੀ ਉਚਾਈ ਵੀ ਹੈਗੀ ਆ, अर्ध व्यास भी हैगा आधार दा, ते अपने कोल जो सी नीचे सीगा अर्ध गोला सीगा ओदा अर्ध व्यास भी है। ਤਾਂ ਹੁਣ ਅਸੀਂ ਜਿਹੜਾ ਆ ਇਸ ਦੀ ਬਰਤਨ ਦੀ ਅੰਦਰੂਨੀ ਸਤਹ ਦਾ ਖੇਤਰਫਲ ਪਤਾ ਕਰ ਸਕਦੇ ਹਾਂ। ਇਸ ਲਈ ਅੰਦਰੂਨੀ ਬਰਤਨ ਦੀ ਅੰਦਰੂਨੀ ਸਤਹ ਦਾ ਖੇਤਰਫਲ ਹੁਣ ਇਹਦੇ ਵਿੱਚ ਆਪਣੇ ਕੋਲ ਦੋ ਭਾਗ ਬਣਦੇ ਹੈਗੇ ਆ, ਇੱਕ ਹੈਗਾ ਨੀਚੇ ਹੈ अर्ध गोला है, ਉੱਪਰ ਹੈਗਾ ਬੇਲਣ। ਅਸੀਂ ਜੇਕਰ ਅਸੀਂ ਦੋਹਾਂ ਭਾਗਾਂ ਨੂੰ ਜੋੜਾਂਗੇ ਤਾਂ ਸਾਡੇ ਕੋਲ ਹੈ ਬਰਤਨ ਦੀ ਅੰਦਰੂਨੀ ਸਤਹ ਦਾ ਖੇਤਰਫਲ ਆਏਗਾ। ਪਹਿਲਾਂ ਅਸੀਂ ਦੇਖਦੇ ਹੈਗੇ ਆ ਨੀਚੇ ਕੀ ਹੈ ਆਪਣੇ ਕੋਲ अर्ध गोला है, ठीक है। अर्ध गोले ਦਾ ਖੇਤਰਫਲ ਜਾਂ ਸਤਹ ਦਾ ਖੇਤਰਫਲ ਕਹਿ ਸਕਦੇ ਹੈਗੇ ਆ ਖੇਤਰਫਲ, ठीक है, प्लस उपरले पासे की है अपने कोल बेलन दी पासनी सतह का खेत्रफल, पासनी सतह का खेत्रफल, ठीक है जी। हुण अपने कोल है इत्थे अर्ध गोले का खेत्रफल, अर्ध गोले का पूरे गोले का खेत्रफल का फार्मूला ਹੁੰਦਾ अपने 4 पाई r स्क्वायर, अर्ध गोले का कितना हो गया 2 पाई r स्क्वायर, 2 पाई r स्क्वायर। एक फार्मूला अपने कोल होर ਹੁੰਦਾ ਹੈਗਾ ਆ, ਉਹ ਹੁੰਦਾ ਹੈਗਾ ਆ अर्ध गोले ਦੀ ਕੁੱਲ ਸਤਹ ਦਾ ਖੇਤਰਫਲ, ਉਹ ਹੁੰਦਾ 3 ਪਾਈ r ਸਕੁਅਰ। ਉਹਦੇ ਉੱਪਰ ਉੱਪਰਲਾ ਜਿਹੜਾ ਸਰਕਲ ਵੀ ਉਹ ਐਡ ਹੋ ਜਾਂਦਾ। ਆਪਾਂ ਨੂੰ ਪਰ ਇੱਥੇ ਚਾਹੀਦਾ ਹੈਗਾ अर्ध गोले ਦਾ ਖੇਤਰਫਲ, ਸਿਰਫ ਉਹ ਆਣਾ ਹੈਗਾ ਆਪਣੇ ਕੋਲ 2 ਪਾਈ r ਸਕੁਅਰ, ਕਿਉਂਕਿ ਆਹ ਵਾਲੀ ਚੀਜ਼ ਜਿਹੜੀ ਹੈਗੀ ਇਹਦੇ ਵਿੱਚ ਐਡ ਨਹੀਂ ਹੋਣੀ, ਠੀਕ ਹੈ। ਪਲੱਸ ਉਸ ਤੋਂ ਬਾਅਦ ਹੈ ਬੇਲਣ ਦੀ ਪਾਸਨੀ ਸਤਹ ਦਾ ਖੇਤਰਫਲ, ਉਹ ਸਾਨੂੰ ਫਾਰਮੂਲਾ ਪਤਾ ਹੈ 2 ਪਾਈ r h। ਆਹ ਫਾਰਮੂਲੇ ਆਪਣੇ ਕੋਲ ਆ ਗਏ ਹੈਗੇ ਆ। ਇਹਦੇ ਵਿੱਚ ਅਸੀਂ ਜਿਹੜਾ ਹੈਗਾ ਵੈਲਿਊ ਭਰ ਕੇ ਤਾਂ ਅਸੀਂ ਜਿਹੜਾ ਹੈਗਾ ਆ ਅੰਦਰੂਨੀ ਸਤਹ ਦਾ ਖੇਤਰਫਲ ਪਤਾ ਕਰਾਂਗੇ। ਹੁਣ ਇਹਨਾਂ ਦੇ ਵਿੱਚੋਂ ਜਿਹੜੀ ਚੀਜ਼ ਸਾਂਝੀ ਹੈਗੀ ਆ ਉਹ ਤੁਸੀਂ ਕੱਢ ਸਕਦੇ ਹੈਗੇ, 2 ਕੱਢ ਲੈ, ਪਾਈ ਕੱਢ ਲਈ ਬਾਹਰ, ਇੱਕ ਅਸੀਂ r ਵੀ ਕੱਢ ਸਕਦੇ ਹੈਗੇ, ਠੀਕ ਹੈ। ਹੁਣ ਇੱਥੇ ਇੱਕ r ਆ ਗਿਆ, ਜਮਾ ਇੱਥੇ ਕੀ ਰਹਿ ਗਿਆ ਆਪਣੇ ਕੋਲ h, ਠੀਕ ਹੈ। ਇੱਥੇ ਗਿਆ 2 ਪਾਈ r, ਇੱਥੇ ਰਹਿ ਗਿਆ ਸਾਡੇ ਕੋਲ ਇੱਕ r ਰਹਿ ਗਿਆ, ਇੱਥੇ ਕੀ ਰਹਿ ਗਿਆ h। ਹੁਣ ਅਸੀਂ ਜਿਹੜਾ ਹੈਗਾ ਆ ਇਹਦੀ ਵੈਲਿਊ फाइंड करना है, ठीक है जी। अपने को है 2 गुणा पाई की वैल्यू 22/7 पर गुने अपन गुणा आ कितना है अपने को 7, फिर r 7 ਤੇ ਇਹਦੀ ਜੋ ਉਚਾਈ ਸੀ ਆ ਸੀ ਆਪਣੇ ਕੋਲ ਬੇਲਣ ਗੁਣਾਕਾਰ ਭਾਗ ਦੀ ਉਚਾਈ h ਉਹ ਸੀ ਕੱਢੀ ਸੀ 6 ਤੇ ਨਾਲ ਆ ਗਿਆ ਸੈਂਟੀਮੀਟਰ ਸਕੁਅਰ ਜਾਂ वर्ग सेंटीमीटर ਆਪਾਂ ਕਹਿ ਸਕਦੇ ਹਾਂ। आ 7 ਨਾਲ ਤੇ ਕੱਟੇ ਗਏ, ਇਹ ਹੈਗਾ ਆਪਣੇ ਕੋਲ y = 44 ਗੁਣਾ 7 ਤੇ 6 13 ਸੈਂਟੀਮੀਟਰ ਸਕੁਅਰ। ਹੁਣ ਆਪਾਂ ਇਹਦੀ ਗੁਣਾ ਕਰ ਦਈਏ, 13 ਚੌਕ 52, 5 ਥਲਾ ਹੈ 13 ਚੌਕ 52 ਤੇ 5 57 ਸੈਂਟੀਮੀਟਰ ਸਕੁਅਰ। ਇਹ ਆਪਣੇ ਕੋਲ ਜਿਹੜਾ ਆ ਇਸ ਸਵਾਲ ਦਾ ਉੱਤਰ ਆ ਗਿਆ 572 ਸੈਂਟੀਮੀਟਰ ਸਕੁਅਰ। प्यारे विद्यार्थियों ਹੁਣ ਆਪਾਂ ਅਗਲਾ ਇੱਕ ਸਵਾਲ ਹੱਲ ਕਰਦੇ ਹਾਂ, ਜਿਸ ਦੇ ਵਿੱਚ ਹੈ ਕਿ ਇੱਕ ਘਟਾਉਣਾ अर्ध व्यास 3.5 ਸੈਂਟੀਮੀਟਰ ਵਾਲੇ ਸ਼ੰਕੂ ਦੇ ਆਕਾਰ ਦਾ ਹੈ, ਜੋ ਕਿ ਉਸੇ अर्ध व्यास ਵਾਲੇ ਇੱਕ अर्ध गोले ਦੇ ਉੱਪਰ ਟਿਕਿਆ ਹੈ। ਇੱਕ ਹੈ ਆਪਣੇ ਕੋਲ ਕੀ ਹੈ ਸ਼ੰਕੂ ਹੈ, ਇੱਕ ਕੀ ਹੈ अर्ध गोला, ठीक है, ਤੇ ਟਿਕਿਆ ਹੈ। ਇਸ ਘਟਾਉਣੇ ਦੀ ਕੁੱਲ ਉਚਾਈ ਕਿੰਨੀ ਹੈਗੀ ਹੈ 15.5 ਸੈਂਟੀਮੀਟਰ ਤੇ ਇਸ ਘਟਾਉਣੇ ਦੀ ਕੁੱਲ ਸਤਹ ਦਾ ਖੇਤਰਫਲ ਪਤਾ ਕਰੋ। ਕੀ ਹੈ ਪਹਿਲਾਂ ਆਪਣੇ ਕੋਲ ਸਭ ਤੋਂ ਕੀ ਹੈ ਸ਼ੰਕੂ ਹੈ, ਇੱਕ ਸ਼ੰਕੂ अर्ध गोले ਦੇ ਉੱਤੇ ਟਿਕਿਆ ਹੈ, ਠੀਕ ਹੈ, ਜਿਸ ਦਾ ਆਧਾਰ ਦੋਹਾਂ ਦਾ ਹੀ ਸੇਮ ਹੈਗਾ ਹੈ ਆਪਣੇ ਕੋਲ अर्ध व्यास ਉਹ ਤੱਕ ਕਿੰਨਾ ਹੈ 3.5। ਆਪਾਂ ਲਿਖ ਦੇਂਗੇ ਇੱਥੇ
शंकु के आधार आधार का अर्ध व्यास कितना दिता है 3.5 सेंटीमीटर। ठीक है, ते इसे ही तरह अपने को अर्धगोला जो की है जो उसे अर्ध व्यास वाले एक अर्धगोले दे टिके है। ये शंकु शंकु ठीक है, एक अर्धगोले ते टिकिया है ठीक है। तो इसलिए अर्धगोले का अर्ध व्यास R बराबर 3.5 सेंटीमीटर। ठीक है, इन्हें क्लियर हो गया। अपने को की है एक अर्धगोला है, मैं अर्धगोला बनाया, ਇਹਦੇ ऊपर एक शंकु है, इस तरह के नाल एक शंकु बने हुए इस तरह का अपने को खिडौना है। ठीक है, हुण ਇਹਦੇ ਵਿੱਚ अपने कोल आ दोनों का ਜਿਹੜਾ आधार हैगा अपने कोल आ शंकु का आधार है। ठीक है, ते आ अपने कोल दी डिग्री टॉप हैगी आ अर्धगोले दी, ते दोनों का अर्ध व्यास ਜਿਹੜਾ ਆ वो सेम हैगा आ R कितना है अपने कोल 3.5 R बराबर आया सी 3.5। ठीक है, हुण उस तो बाद अपने को की दिता है इस घटाने दी कुल ऊंचाई कितनी दी हैगी आ 13.5। कुल ऊंचाई बेलनाकार भाग ते अर्धगोलाकार भाग दोहां नूं मिला के कितनी दी हैगी आ 15.5 सेंटीमीटर। ठीक है, कुल ऊंचाई इथों लैके तक कितनी हैगी आ 15.5 सेंटीमीटर, क्योंकि आ जो अपने को आ है अर्ध व्यास जितना इधर नूं है उतना ही नीचे नूं हुंदा है। ठीक है, ये भी आ हैगा तो इसलिए इथों लैके इस तक अपने को कोण कितना हैगा 3.5 सेंटीमीटर। ठीक है, ਆਪਾਂ ਇਹ ਲਿਖਦੇ ਹਾਂ ਕਿ ਘਟਾਉਣੇ ਦੀ ਕੁੱਲ ऊंचाई है 15.5 सेंटीमीटर। ठीक है, सानू चाहिए की है शंकुकार भाग की ऊंचाई, इसलिए शंकुकार आकार भाग की ऊंचाई ਅਸੀਂ ਕੀ ਕਰਾਂਗੇ ਕੁੱਲ ऊंचाई ਦੇ ਵਿੱਚੋਂ जो अपने कोल अर्ध व्यास दा वो ਅਸੀਂ ਮਾਈਨਸ ਕਰਾਂਗੇ, ਜਾਂ ਆਪਾਂ ਕਹਿ ਸਕਦੇ ਹੈਗੇ ਆ ਵੀ ਜੋ ਆਪਣੇ ਕੋਲ अर्ध गोला ਸੀ ਉਹਦੀ ऊंचाई ਅਸੀਂ ਮਾਈਨਸ ਕਰ ਦਿੰਦੇ ਇਹਦੇ ਵਿੱਚ। ਆਪਣੇ ਕੋਲ ਕਿੰਨਾ ਆ ਗਿਆ 15.5 सेंटीमीटर माइनस ਦੇ 3.5 सेंटीमीटर। ਇਹ ਕਿੰਨਾ ਬਣ ਗਿਆ ਵੀ ਆਪਣੇ ਕੋਲ 5 ਵਿੱਚੋਂ 5 ਘਟਾਏ 0 15 ਦੇ ਵਿੱਚੋਂ 3 ਘਟਾਏ 12, ਇਹ ਆ ਗਿਆ 12 सेंटीमीटर ਆ। ਹੁਣ ਅਸੀਂ ਜਿਹੜਾ ਹੈ ਘਟਾਉਣੇ ਦੀ ਕੁੱਲ ਸਤਹ ਦਾ ਖੇਤਰਫਲ ਪਤਾ ਕਰਨ ਦੇ ਯੋਗ ਹੋ ਗਏ ਕਿਉਂਕਿ ਆਪਣੇ ਕੋਲ ਸਾਰੀਆਂ ਹੀ ਵੈਲਿਊਜ਼ ਪਤਾ ਲੱਗ ਗਈ। ਠੀਕ ਹੈ, ਹੁਣ ਆਪਣੇ ਕੋਲ ਆ ਸੀ ਆਪਣੇ ਕੋਲ ऊंचाई h आई ਹੈਗੀ ਆ 12 सेंटीमीटर। ਜਦੋਂ ਅਸੀਂ ਕਹਿੰਦੇ ਆ शंकु की सतह का क्षेत्रफल पता करना है ਉਹਦੇ ਵਿੱਚ ਫਾਰਮੂਲਾ ਹੁੰਦਾ ਆਪਣੇ ਕੋਲ ਪਾਈ r ਹੈ। ਉਹਦੇ ਵਿੱਚ ਆਪਣੇ ਕੋਲ ਸਿੱਧੀ ऊंचाई ਨਹੀਂ ਹੁੰਦੀ, ਉਹਦੇ ਵਿੱਚ ਹੁੰਦੀ ਹੈ ਤਿਰਛੀ ऊंचाई l ਹੈ। ਇਹ ਸਾਨੂੰ ਨਹੀਂ ਪਤਾ ਕਰਨੀ ਪੈਣੀ ਇੱਥੇ, ਉਹ ਪਹਿਲਾਂ ਅਸੀਂ ਪਤਾ ਕਰ ਲੈਂਦੇ ਹੈਗੇ ਆ ਤਿਰਛੀ ऊंचाई l बराबर फार्मूला की बनेगा इथे अपने कोल r कितना सका 3.5 का स्क्वायर प्लस 12 का स्क्वायर। ਹੁਣ ਇੱਥੇ ਅਸੀਂ ਜਿਹੜਾ ਹੈਗਾ 3.5 ਨੂੰ 3.5 ਨਾਲ ਗੁਣਾ ਕਰਕੇ ਦੇਖ ਲਓ। 3.5 ਨੂੰ 3.5 ਨਾਲ ਕੀਤੀ ਗੁਣਾ 5 5 25 2 ਅਸਲ ਆ ਗਿਆ 5 3 15 ਦੇ 2 17, ਫਿਰ ਉਸ ਤੋਂ ਬਾਅਦ 3 5 15 एक असल आ गया 3 3 9 ਤੇ 1 10, ये है 5 7 5 12 एक असल आ गया, ये अपने को आ गया 12
25 इथे डेसिमल लग गया 12.25 12.25 12 12 144 इन्हां दा ਅਸੀਂ जोड़ कर ਦਿੰਦੇ हैं इन्हां दा जोड़ ਕੀਤਾ ਇਹ है कि ਸਾਡੇ ਕੋਲ 2 5 इधरों आगे 4 2 6 ਤੇ 4 ਤੇ 1 5 156.25 ਹੁਣ ਇਹਦਾ ਅਸੀਂ ਜਿਹੜਾ ਵਰਗਮੂਲ ਕਰਾਂਗੇ 156.25 ਦਾ ਵਰਗਮੂਲ ਪਹਿਲਾਂ ਅਸੀਂ ਪੇਅਰ ਬਣਾਵਾਂਗੇ ਪੇਅਰ ਅਸੀਂ ਬਣਾ ਲਿਆ ਇਧਰੋਂ ਪਹਿਲਾਂ ਗਿਆ ਇੱਕ ਤੇ 1 1 में 1 इधरों तारे 56 इधर कितना दुगुना 2 आ गया ठीक है जी फिर 2 ते चल गया y आ गया इधर इथे आ गया 2 y दूना 44 इधर आ गया अपने को 2 इधर आ गया 1 इधरों आ 25 के 25 तारे 1225 ये दुगुना कितना 24 आ गया तो फिर जाएगा अपने को 5 ते इथे 5 आ गया तो इथे आप डेसिमल तो टप गए हैं इथे आप डेसिमल लगाता इथे 5 आ गया अपने को आ गया 1225 ਤਾਂ ਇਹਦੀ ਆਪਣੇ ਕੋਲ 156.25 ਦਾ ਵਰਗਮੂਲ ਕਿੰਨਾ ਆ ਗਿਆ 12.5 ਸੈਂਟੀਮੀਟਰ ਇਹ ਆਪਣੇ ਕੋਲ ਜੀ ਕੀ ਆਇਆ ਹੈਗਾ ਆ ਇਹ ਆਪਣੇ ਕੋਲ ਅੱਗੇ L ਆਈ ਹੈ ਠੀਕ ਹੈ ਦਰਸ਼ੀ ਜਾਈ ਹੈ ਆਈ ਹੈ ਤੇ ਅੱਗੇ ਆਪਾਂ ਹੈਗਾ ਜਿਹੜਾ ਸਮ ਨੂੰ ਸੋਲਵ ਕਰਨਾ ਹੈ ਉਹ ਕਰਦੇ ਹਾਂ ਠੀਕ ਹੈ ਹੁਣ ਅਸੀਂ ਜਿਹੜਾ ਪਤਾ ਕਰਨਾ ਹੈਗਾ ਘਟਾਉਣੇ ਦੀ ਕੁੱਲ ਸਤਹ ਦਾ ਖੇਤਰਫਲ घटाने दी कुल सतह का क्षेत्रफल अपने को नीचे पहला किसका नीचे अर्ध गोला है वो से लवांगे 2 पाई r स्क्वायर प्लस ऊपर है अपने को शंकु पाई r है ठीक है हुण इन्हां दोहां दे विचों कॉमन की है एक पाई हो गया एक आर हो गया एक पाई एक आर इथे रह गया 2 आर प्लस इथे की रह गया एल ठीक है हुन पाई की वैल्यू से भरती पाई बटा 7 आर कितना है अपने कोल 3.5 ਤੇ ਆਪਾਂ r ਨਾਲ ਲਿਖ ਦਿੰਦੇ ਹਾਂ ਤਾਂ ਵਿਆਸ r ਠੀਕ ਹੈ 3.5 ਗੁਣਾ 2 ਗੁਣਾ 3.5 जमा L L ਅਸੀਂ फाइंड ਕੀਤੀ ਸੀ 12.5 सेंटीमीटर ये है अपने को 22/7 गुणा ਅਸੀਂ ਲੈ ਲਿਆ 35/10 गुणा इधर 2 गुणा 3.5 7 आ गया 7.0 लिख सकते हैं ਆਪਾਂ प्लस 12.5 सेंटीमीटर आ चीज आ गई अपने को इनको ਅਸੀਂ ਲੈ ਲਿਆ यार 22/7 गुणा 35/10 गुणा ਇਹਦਾ ਜੋੜ ਅਸੀਂ ਕਰਤਾ ਇਹ ਸਾਡੇ ਕੋਲ 19.5 ਤੇ ਨਾਲ ਲਿਖਿਆ ਸੈਂਟੀਮੀਟਰ ਸਕੁਅਰ ਵਰਗ ਸੈਂਟੀਮੀਟਰ ਸਕੁਅਰ ਠੀਕ ਹੈ ਆ ਚੀਜ਼ ਆ ਗਈ ਹੈ ਇਹਨੂੰ ਅਸੀਂ ਕੱਟ ਦਿੰਦੇ ਹੈਗੇ 2 5 35 5 2 10 ਤੇ 11 ਗੁਣਾ 22 ਆਪਣੇ ਕੋਲ ਆ ਜਾਂਦਾ ਹੈਗਾ ਇੱਥੇ 11 आ गया 11 गुणा 19.5 सेंटीमीटर ਇਹਦੀ ਅਸੀਂ ਗੁਣਾ ਕਰਦੇ ਹੈਗੇ ਆ 19.5 ਨੂੰ 11 ਤੇ ਇਹ है 5 9 5 14 1 चला गया 10 ਤੇ 11 1 चला गया 2 पॉइंट आ गया एक तो बाद ये आ गया अपने को 214.5 सेंटीमीटर स्क्वायर इस ढंग ਦੇ ਨਾਲ ਅਸੀਂ ਜਿਹੜਾ ਹੈ ਘਟਾਉਣੇ ਦੀ ਕੁੱਲ ਜਿਹੜੀ ਹੈਗੀ ਸਤਹ ਦਾ ਖੇਤਰਫਲ ਪਤਾ ਕੀਤਾ ਹੈ ਜੋ ਸਾਡੇ ਕੋਲ ਆਇਆ 214.5 सेंटीमीटर स्क्वायर ਆਓ ਆਪਾਂ ਇੱਕ ਹੋਰ ਸਵਾਲ ਹੈ ਉਹ ਹੱਲ ਕਰਦੇ ਹਾਂ ਇਸ ਦੇ ਵਿੱਚ ਕੀ ਹੈ ਆਪਣੇ ਕੋਲ ਲੱਕੜੀ ਤੇ ਇੱਕ ਠੋਸ ਵੇਲਣ ਦੇ ਤੇ ਕੋਨੇ ਤੇ ਇੱਕ ਅਰਧ ਗੋਲਾ ਖੋਦ ਕੇ ਕੱਢਦੇ ਹੋਏ ਇੱਕ ਵਸਤੂ ਬਣਾਈ ਗਈ ਹੈ ਤੇ ਜਿੱਦਾਂ ਆਪਣੇ ਕੋਲ ਚਿੱਤਰ ਦੇ ਵਿੱਚ ਦਰਸਾਇਆ ਗਿਆ ਹੈ ਵੀ ਜੇਕਰ ਵੇਲਣ ਦੀ ਉਚਾਈ 10 सेंटीमीटर है ਅਤੇ ਇਹਦਾ ਆਧਾਰ ਦਾ ਵਿਆਸ 3.5 सेंटीमीटर ਹੈ ਇਸ ਵਸਤੂ ਦੀ ਕੁੱਲ ਉਚਾਈ ਕੁੱਲ ਸਤਹ ਦਾ ਖੇਤਰਫਲ ਪਤਾ ਠੀਕ ਹੈ ਹੁਣ ਆਪਣੇ ਕੋਲ ਪਹਿਲਾਂ ਕੀ ਹੈ ਇਹਦੇ ਵਿੱਚ
ਵੀ ਇਹ ਇੱਕ ਠੋਸ ਵੇਲਣ ਹੈ, ਇਸ ਗੱਲ ਨੂੰ ਖਿਆਲ ਵਿੱਚ ਰੱਖਣਾ ਹੈ, ਠੋਸ ਵੇਲਣ ਹੈ ਤੇ ਉਹਦੇ ਵਿੱਚ ਜਿਹੜਾ ਹੈਗਾ ਖੋਦ ਕੇ ਆਹ ਜਿਹੜਾ ਅੰਦਰੋਂ ਜਿਹੜਾ ਖੋਦ ਕੇ ਜਿਹੜਾ ਹੈਗਾ ਆ ਇਹ ਅਸੀਂ ਜਿਹੜਾ ਇਹਨੂੰ ਕੱਢ ਕੇ ਇੱਕ ਵਸਤੂ ਬਣਾਈ ਗਈ ਹੈ। ਠੀਕ ਹੈ, ਹੁਣ ਪਹਿਲਾਂ ਅਸੀਂ ਦੇਖਦੇ ਹੈਗੇ ਆ ਹੱਲ ਦੇ ਵਿੱਚ ਵੇਲਣ ਦੀ ਕੁੱਲ ਉਚਾਈ ਕਿੰਨੀ ਦਿੱਤੀ ਹੈਗੀ ਆ 10 ਸੈਂਟੀਮੀਟਰ। ਕੁੱਲ ਉਚਾਈ ਆਪਣੇ ਕੋਲ ਹੈ 10 ਸੈਂਟੀਮੀਟਰ, 10 ਸੈਂਟੀਮੀਟਰ ਦਿੱਤੀ ਹੈ ਉਚਾਈ। ਠੀਕ ਹੈ, ਉਸ ਤੋਂ ਬਾਅਦ ਅਤੇ ਆਧਾਰ ਦਾ ਅਰਧ ਵਿਆਸ, ਆਧਾਰ ਦਾ ਅਰਧ ਵਿਆਸ ਜਿਹਨੂੰ ਅਸੀਂ ਕਹਿੰਦੇ ਹੈਗੇ ਆ r ਬਰਾਬਰ 3.5 ਸੈਂਟੀਮੀਟਰ। ਆ ਵੇਲਣ ਦੀ ਕੁੱਲ ਉਚਾਈ ਇਹਨੂੰ ਅਸੀਂ ਦਿੰਦੇ ਹਾਂ h ਬਰਾਬਰ 10 ਸੈਂਟੀਮੀਟਰ। ਹੁਣ ਆਪਣੇ ਕੋਲ ਇਹਦੇ ਵਿੱਚ ਉਚਾਈ ਵੀ ਆ ਗਈ, ਇਹ ਵੀ ਆ ਗਈ ਹੈਗੀ ਆ। ਹੁਣ ਅਸੀਂ ਦੇਖਣਾ ਹੈਗਾ ਆ ਵੀ ਇਹਦਾ ਅਸੀਂ ਕੁੱਲ ਸਤਹ ਦਾ ਖੇਤਰਫਲ ਕਿੱਦਾਂ ਕੱਢਣਾ ਹੈ। ਕਈ ਵਾਰੀ ਦਿਮਾਗ ਵਿੱਚ ਆਉਂਦਾ ਹੈਗਾ ਆ ਵੀ ਜਿੱਦਾਂ ਆਹ ਵਾਲੀ ਜਿਹੜੀ ਚੀਜ਼ ਜਿਹੜੀ ਖੋਦ ਦਿੱਤੀ ਵਿੱਚੋਂ ਨਿਕਲ ਗਿਆ ਭਾਗ, ਠੀਕ ਹੈ ਨੀ, ਇਹਨੂੰ ਅਸੀਂ ਜਿਹੜਾ ਨਹੀਂ ਲੈਣਾ। ਕਈ ਵਾਰ ਦਿਮਾਗ ਵਿੱਚ ਇਦਾਂ ਹੁੰਦਾ, ਪਰ ਅਸਲ ਦੇ ਵਿੱਚ ਇਹ ਜਦੋਂ ਅਸੀਂ ਇਹਨੂੰ ਖੋਦਿਆ ਹੈਗਾ ਆ, ਕਿਉਂਕਿ ਅਸੀਂ ਇਹਦੇ ਸਤਹ ਦਾ ਖੇਤਰਫਲ ਅਸੀਂ ਦੇਖਣਾ। ਜਦੋਂ ਸਤਹ ਦਾ ਖੇਤਰਫਲ ਹੁੰਦਾ, ਚਾਹੇ ਉਹ ਬਾਹਰਲੇ ਪਾਸੇ ਹੋਊਗਾ ਚਾਹੇ ਉਹ ਜਿਹੜਾ ਅੰਦਰਲੇ ਪਾਸੇ ਨੂੰ ਜਾਵੇ, ਉਹ ਅੜਕੇ ਦੋਵੇਂ ਹੀ ਦੀ ਚੀਜ਼ਾਂ ਉਹ ਕਾਊਂਟ ਕਰਦੀਆਂ। ਠੀਕ ਹੈ, ਜੇ ਤਾਂ ਅਸੀਂ ਆਇਤਨ ਦੀ ਗੱਲ ਕਰਦੇ ਹੈਗੇ ਆ, ਆਇਤਨ ਦੇ ਵਿੱਚ ਅਸੀਂ ਜਿਹੜਾ ਮਾਈਨਸ ਕਰਦੇ ਹੈਗੇ ਆ ਵੀ ਜਿਹੜੀ ਚੀਜ਼ ਵਿੱਚੋਂ ਕੱਢ ਲਏ। ਹੁਣ ਜਦੋਂ ਅਸੀਂ ਕਰਦੇ ਹਾਂ ਕਿ ਗੱਲ ਖੇਤਰਫਲ ਦੀ, ਤਾਂ ਖੇਤਰਫਲ ਜਿਹੜਾ ਉਹ ਚਾਹੇ ਜਿਹੜਾ ਕਿ ਬਾਹਰਲੇ ਪਾਸੇ ਨੂੰ ਆਵੇ ਚਾਹੇ ਅੰਦਰਲੇ ਪਾਸੇ ਨੂੰ ਆਵੇ, ਉਹਨੂੰ ਅਸੀਂ ਕਾਊਂਟ ਕਰਨਾ ਹੈਗਾ। ਠੀਕ ਹੈ, ਹੁਣ ਅਸੀਂ ਇੱਥੇ ਲਿਖਦੇ ਹੈਗੇ ਆ ਇਸ ਲਈ ਜਾਂ ਆਪਾਂ ਲਿਖਦੇ ਹੈਗੇ ਆ ਵੀ ਆਹ ਸਟੇਟਮੈਂਟ ਲਿਖਦੇ ਆ ਵੀ ਠੋਸ ਵੇਲਣ ਦੇ ਹਰੇਕ ਸਿਰੇ ਤੇ ਇੱਕ ਅਰਧ ਗੋਲਾ ਖੋਦ ਕੇ ਇੱਕ ਵਸਤੂ ਬਣਾਈ ਗਈ ਹੈ। ਜਿਸ ਤਰ੍ਹਾਂ ਆਪਣੇ ਕੋਲ ਚਿੱਤਰ ਦੇ ਵਿੱਚ ਦਿਖਾਈ ਦੇ ਰਿਹਾ। ਠੀਕ ਹੈ, ਇਸ ਲਈ ਵਸਤੂ ਦੀ ਕੁੱਲ ਸਤਹ ਦਾ ਖੇਤਰਫਲ ਅਸੀਂ ਉੱਪਰੋਂ ਸ਼ੁਰੂ ਕਰਦੇ ਹੈਗੇ ਆ। ਉੱਪਰ ਜਿਹੜਾ ਹੈਗਾ ਅਰਧ ਗੋਲਾ ਹੈ। ਠੀਕ ਹੈ, ਅਰਧ ਗੋਲੇ ਦੀ ਜਿਹੜੀ ਸਤਹ ਖੇਤਰਫਲ 2πr² ਹੋ ਗਿਆ। ਤੇ ਵਿਚਕਾਰ ਕੀ ਹੈ, ਵੇਲਣ ਆ ਗਿਆ। ਵੇਲਣ ਦੀ ਪਾਸੋਂ ਸਤਹ ਦਾ ਖੇਤਰਫਲ ਫਾਰਮੂਲਾ ਦਾ ਆਪਣੇ ਕੋਲ 2πrh ਪਲੱਸ ਤੇ ਨੀਚੇ ਜਿਹੜਾ ਹੈਗਾ ਆ ਫਿਰ ਆਪਣੇ ਕੋਲ ਅਰਧ ਗੋਲਾ ਆ ਗਿਆ, ਇਹ ਹੈਗਾ 2πr²। ਠੀਕ ਹੈ ਜੀ, ਹੁਣ ਇਹਦੇ ਵਿੱਚੋਂ ਜੋ ਸਾਂਝਾ ਹੈਗਾ ਆ ਉਹ ਤੁਸੀਂ ਬਾਹਰ ਕੱਢ ਸਕਦੇ ਹੈਗੇ। ਇਹਦੇ ਵਿੱਚੋਂ 2πr ਕੱਢ ਲੈਂਦੇ ਬਾਹਰ। ਠੀਕ ਹੈ, ਇੱਥੇ ਕੀ ਰਹਿ ਗਿਆ r, ਇੱਥੇ ਕੀ ਰਹਿ ਗਿਆ ਆਪਣੇ ਕੋਲ 2 ਵੀ ਕੱਢ ਲਿਆ ਬਾਹਰ, π ਵੀ ਕੱਢ ਲਿਆ, r ਵੀ ਕੱਢ ਲਿਆ ਤੇ h ਰਹਿ ਗਈ ਇੱਥੇ। ਪਲੱਸ ਇੱਥੇ ਕੀ ਰਹਿ ਗਿਆ, ਇੱਥੇ ਵੀ ਆਪਣੇ ਕੋਲ r ਹੈ। ਹੁਣ ਇਹਨਾਂ ਦੀ ਵੈਲਿਊ ਅਸੀਂ ਜਿਹੜੀ ਹੈਗੀ ਉਹ ਪੁੱਟ ਕਰ ਦਿੰਦੇ ਆ ਆਪਣੇ ਕੋਲ। ਇਹ 2 ਗੁਣਾ π ਦੀ ਵੈਲਿਊ 22/7, r ਕਿੰਨਾ ਸੀ ਆਪਣੇ ਕੋਲ 3.5, ਅੰਦਰਲੇ ਪਾਸੇ 3.5 ਤੇ h ਸੀਗਾ ਆਪਣੇ ਕੋਲ 10, ਕੁੱਲ ਉਚਾਈ ਜਿਹੜੀ ਸੀਗੀ ਗੁਣਾਕਾਰ ਭਾਗ ਦੀ, ਤੇ r ਹੈ 3.5। ਨਾਲ ਅਸੀਂ ਲਿਖਾਂਗੇ ਇੱਥੇ ਸੈਂਟੀਮੀਟਰ ਸਕੁਅਰ ਜਾਂ ਵਰਗ ਸੈਂਟੀਮੀਟਰ। ਠੀਕ ਹੈ, ਇਹਨੂੰ ਅਸੀਂ ਲਿਖ ਲਿਆ 2 ਗੁਣਾ 22/7 ਗੁਣਾ 35/10, ਵੈਸੇ ਨੂੰ ਹਟਾਤਾ ਸੀ, ਗੁਣਾ ਇਧਰ ਆ ਗਿਆ 3.5 ਤੇ 3.5 ਇਹ ਹੋ ਗਿਆ 7, 7 ਤੇ 10 17 ਸੈਂਟੀਮੀਟਰ ਸਕੁਅਰ। ਇਹਨੂੰ ਅਸੀਂ ਕੱਢ ਸਕਦੇ ਹਾਂ 7 ਨੂੰ 7 7 5 35, 5 ਨੂੰ 5 5 ਨੂੰ 10 ਤੇ ਆ 2 ਨਾਲ 2 ਦੇ ਦਿੱਤੇ। ਠੀਕ ਹੈ, ਹੁਣ ਅਸੀਂ ਇਹਨੂੰ ਲਿਖ ਲਿਆ, ਸਾਡੇ ਕੋਲ ਇੱਥੇ ਬਣ ਗਿਆ 22 ਤਾਂ ਇੱਥੇ ਬਣ ਗਿਆ ਆਪਣੇ ਕੋਲ 17। ਇਹਨਾਂ ਦੋਹਾਂ ਦੀ ਅਸੀਂ ਗੁਣਾ ਕਰਾਂਗੇ। ਠੀਕ ਹੈ, ਗੁਣਾ ਅਸੀਂ ਕਰਦੇ ਹੈਗੇ ਆ 17 ਗੁਣਾ 34, 3 ਤੋਂ ਲੱਗ ਗਿਆ 17 ਗੁਣਾ 34 ਦੇ 3 37। ਇਹ ਚੈੱਕ ਕਰ ਲਓ, 17 ਗੁਣਾ 34 3 ਆ ਗਿਆ ਆਪਣੇ ਕੋਲ, 17 ਗੁਣਾ 34 ਦੇ 3 37। ਇਹ ਆਪਣੇ ਕੋਲ ਆਨਸਰ ਆ ਗਿਆ 374 ਸੈਂਟੀਮੀਟਰ ਸਕੁਅਰ। ਇਸ ਢੰਗ ਦੇ ਨਾਲ ਇਹ ਇੱਕ ਵੱਖਰੀ ਟਾਈਪ ਦਾ ਕੁਐਸਚਨ ਸੀਗਾ, ਇਸ ਢੰਗ ਦੇ ਨਾਲ ਅਸੀਂ ਇਸ ਨੂੰ ਸੋਲਵ ਕਰਦੇ ਹਾਂ।